ਨੋਟ ਨੈਸੈਸਰੀਲੀ ਕਿ ਡਿਪਰੈਸ਼ਨ ਦੇ ਵਿੱਚ ਹੀ ਮਰੀਜ਼ ਜਾ ਕੇ ਆਪਣੇ ਘਰਦਿਆਂ ਦੇ ਅਗੇਂਸਟ ਹੋ ਜਾਂਦਾ ਹੈ ਜਾਂ ਫਿਰ ਸਟ੍ਰੈਸ ਦੇ ਅੰਡਰ ਆ ਕੇ ਉਹ ਇਦਾਂ ਦੀ ਹਰਕਤ ਕਰ ਲੇਗਾ। ਕਾਫੀ ਵਾਰੀ এনवायरमेंटल ਫੈਕਟਰਸ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਣੇ ਉੱਪਰ ਸਟ੍ਰੈਸ ਕਿੰਨਾ ਹੈ, ਆਪਣੇ এনवायरमेंट 'ਚ ਕਿਹੜੀ ਚੀਜ਼ਾਂ ਹੈ ਜਿਹੜੀਆਂ ਸਾਨੂੰ ਪੁਸ਼ ਕਰ ਰਹੀਆਂ ਇਹ ਚੀਜ਼ ਕਰਨ ਲਈ। ਡਿਪਰੈਸ਼ਨ ਐਂਡ ਐਂਗਜ਼ਾਇਟੀ ਦੇ ਵਿੱਚ ਵਾਇਲੈਂਸ ਦਾ ਜਿਹੜਾ ਪਰਸੈਂਟੇਜ ਹੈ ਉਹ ਕਾਫੀ ਘੱਟ ਹੈਗੀ। ਹੋਰ ਕਾਫੀ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਜਿਸ 'ਚ ਬੰਦਾ ਰਿਐਲਿਟੀ ਦਾ ਟੱਚ ਲੂਜ਼ ਕਰ ਦਿੰਦਾ, ਉਹਨਾਂ ਦੇ ਵਿੱਚ ਫਿਰ ਵੀ ਹੋਮਿਸਾਈਡ ਜਾਂ ਫਿਰ ਵਾਇਲੈਂਸ ਦੀ ਪੋਸੀਬਿਲਿਟੀ ਜ਼ਿਆਦਾ ਹੋ ਸਕਦੀ ਹੈ। ਜਿਹੜੇ ਵੀ ਮੈਂਟਲੀ ਇਲ ਪੇਸ਼ੈਂਟਸ ਹੁੰਦੇ ਆ ਉਹ ਵਾਇਲੈਂਸ ਕਰਨ ਦੀ ਬਜਾਏ ਵਾਇਲੈਂਸ ਦੇ ਵਿਕਟਿਮ ਜ਼ਿਆਦਾ ਪਰਸੈਂਟੇਜ ਪਾਈ ਜਾਂਦੀ ਹੈ ਕਿ ਵਿਕਟਿਮਾਈਜ਼ ਜ਼ਿਆਦਾ ਹੁੰਦੇ ਆ ਵਾਇਲੈਂਸ ਨੂੰ ਲੈ ਕੇ। ਦੋ ਤਿੰਨ ਚੀਜ਼ਾਂ ਇੱਥੇ, ਇੱਕ ਤਾਂ ਟਾਈਮ ਦੇ ਨਾਲ ਇੰਡੀਆ ਇਜ਼ ਮਾਡਰਨਾਈਜ਼ਿੰਗ, ਕਾਫੀ ਚੀਜ਼ਾਂ ਮਾਡਰਨ ਹੋ ਗਈਆਂ, ਟੈਕਨੋਲੋਜੀ ਦੀ ਐਕਸੈਸ ਬਹੁਤ ਕਾਮਨ ਹੋ ਗਈ। ਅੱਜ ਕੱਲ੍ਹ ਹਰ ਬੰਦੇ ਕੋਲ ਸਮਾਰਟਫੋਨ ਹੁੰਦਾ। ਟੈਕਨੋਲੋਜੀ ਦੀ ਐਕਸੈਸ ਡਬਲ ਐਜਡ ਸਵॉर्ड ਹੈ, ਠੀਕ ਹੈ। ਉਹਦੇ ਪੋਜ਼ੀਟਿਵ ਪੁਆਇੰਟਸ ਵੀ ਹੈਗੇ, ਉਹਦੇ ਨੈਗੇਟਿਵ ਪੁਆਇੰਟਸ ਵੀ ਹੈ। ਰੀਲਸ ਦੇ ਥਰੂ ਬੱਚੇ ਵੀ ਵਾਇਲੈਂਸ ਕਰਕੇ ਰੀਲਸ ਬਣਾ ਕੇ ਹੱਸ ਰਹੇ ਹੁੰਦੇ ਆ, ਕੁਛ ਇੱਦਾਂ ਦਾ, ਠੀਕ ਹੈ। ਸੋ ਸੋਸ਼ਲ ਮੀਡੀਆ 'ਤੇ ਵਾਇਲੈਂਸ ਦਾ ਮੈਸੇਜ ਜਿਹੜਾ ਉਹ ਬਹੁਤ ਓਪਨਲੀ ਪ੍ਰਮੋਟ ਕੀਤਾ ਜਾ ਰਿਹਾ ਐਂਡ ਉੱਥੇ ਕੋਈ ਬੈਰੀਅਰ ਨਹੀਂ ਹੈ, ਬੇਸਿਕਲੀ ਕੋਈ ਬੈਨ ਵਗੈਰਾ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਬਲੀਨ ਕੌਰ। ਅੱਜ ਦੀ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਸੁਣਨ ਨੂੰ ਮਿਲਣਗੀਆਂ ਜੋ ਸ਼ਾਇਦ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਕਿ ਡਿਪਰੈਸ਼ਨ ਦੀ ਬਿਮਾਰੀ ਤੁਹਾਨੂੰ ਇਸ ਕਦਰ ਲੈ ਕੇ ਜਾ ਸਕਦੀ ਹੈ ਕਿ ਤੁਸੀਂ ਭੁੱਲ ਜਾਓ ਕਿ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਮੌਜੂਦ ਹੈ ਤੇ ਤੁਹਾਡਾ ਉਸ ਦੇ ਨਾਲ ਕੀ ਰਿਸ਼ਤਾ ਬਣਦਾ। ਅਕਸਰ ਤੁਸੀਂ ਇਹ ਖਬਰਾਂ ਜਿਹੜੀਆਂ ਨੇ ਹਾਲ ਹੀ ਦੇ ਵਿੱਚ ਦੇਖੀਆਂ ਹੋਣਗੀਆਂ ਕਿ ਇੱਕ ਪਿਓ ਨੇ ਆਪਣੇ 3 ਸਾਲ ਦੇ ਮਾਸੂਮ ਪੁੱਤ ਨੂੰ ਮਾਰ ਦਿੱਤਾ, ਇੱਕ ਨਾਨੇ ਨੇ ਆਪਣੇ ਦੋਤੇ ਨੂੰ ਮਾਰ ਦਿੱਤਾ, ਇੱਕ ਪਿਓ ਨੇ ਆਪਣੀ ਧੀ ਨੂੰ ਮਾਰ ਦਿੱਤਾ। ਤਾਂ ਹੈਰਾਨ ਕਰਦੀਆਂ ਨੇ ਇਹ ਗੱਲਾਂ ਜਦੋਂ ਕਿ ਸਾਹਮਣੇ ਆਉਂਦੇ ਨੇ ਇਹੋ ਜਿਹੇ ਮਾਮਲੇ, ਔਰ ਹਮੇਸ਼ਾ ਸੋਚਣ ਤੇ ਮਜਬੂਰ ਕਰ ਦਿੰਦੇ ਨੇ ਕਿ ਡਿਪਰੈਸ਼ਨ ਇਸ ਦਾ ਕਾਰਨ ਹੋ ਸਕਦਾ ਹੈ ਜਾਂ ਫਿਰ ਕੁਝ ਹੋਰ ਕਾਰਨ ਹੈ ਜਿਸ ਦੇ ਕਾਰਨ ਬੱਚਿਆਂ ਨੂੰ ਅਕਸਰ ਉਹਨਾਂ ਦੇ ਉੱਤੇ ਅਟੈਕ ਹੁੰਦੇ ਨੇ ਜਾਂ ਮਰਡਰ ਹੋ ਜਾਂਦਾ ਹੈ। ਕੁਝ ਵੱਡਿਆਂ ਦੇ ਵੀ ਅਡਲਟਸ ਦੇ ਕੇਸਿਸ ਵੀ ਬਹੁਤ ਸਾਹਮਣੇ ਆਏ ਨੇ ਕਿ ਬਿਮਾਰੀ ਕੋਈ ਡਿਪਰੈਸ਼ਨ ਦੀ ਇੰਨੀ ਕੁ ਗੰਭੀਰ ਪਹੁੰਚ ਜਾਂਦੀ ਜਿਹਨੂੰ ਅਸੀਂ ਡਾਇਗਨੋਜ਼ ਨਹੀਂ ਕਰ ਸਕਦੇ, ਪਰ ਮਾਈਂਡ ਦੇ ਵਿੱਚ ਤੁਹਾਡੀ ਇਹੋ ਜਿਹੀਆਂ ਚੀਜ਼ਾਂ, ਇੰਨੇ ਨੈਗੇਟਿਵ ਥਾਟਸ ਆ ਜਾਂਦੇ ਨੇ। ਸਾਰੀ ਗੱਲਬਾਤ ਅੱਜ ਜਿਹੜੀ ਐਕਸਪਰਟਸ ਦੇ ਰਾਹੀਂ ਤੁਹਾਨੂੰ ਪਤਾ ਲੱਗੇਗੀ ਕਿ ਅਕਸਰ ਇਸ ਚੀਜ਼ ਦੀ ਸਟਾਰਟਿੰਗ ਕਦੋਂ ਹੁੰਦੀ ਹੈ ਤੇ ਤੁਹਾਡੇ ਮਾਈਂਡ ਦੇ ਵਿੱਚ ਜਿਹੜੇ ਨੈਗੇਟਿਵ ਥਾਟਸ ਆਉਂਦੇ ਨੇ ਕਦੋਂ ਤੁਹਾਨੂੰ ਕ੍ਰਿਮੀਨਲ ਬਣਾ ਦੇਣਗੇ। ਇਹ ਜਿਹੜੀ ਹੈ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਾਡੇ ਨਾਲ ਸਾਈਕੈਟਰਿਸਟ ਡਾਕਟਰ ਹਰਨੀਤ ਕੌਰ ਮੌਜੂਦ ਨੇ ਜਿਨ੍ਹਾਂ ਤੋਂ ਅੱਜ ਸਾਰੀ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ ਕਿ ਅਕਸਰ ਇਹ ਕੇਸਿਸ ਜਿਹੜੇ ਨੇ ਸਟਾਰਟ ਕਿੱਥੋਂ ਹੁੰਦੇ ਨੇ, ਕੀ ਤੁਹਾਡੇ ਡਿਪਰੈਸ਼ਨ ਤੁਹਾਨੂੰ ਇਸ ਕਦਰ ਲੈ ਕੇ ਜਾ ਸਕਦਾ ਕਿ ਤੁਹਾਨੂੰ ਗੰਭੀਰ ਬਿਮਾਰੀ ਤੱਕ ਪਹੁੰਚਾ ਦੇਵੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। Myself Dr. Harneet. I'm a consultant psychiatrist and psychiatrist in charge in Guru Tegh Bahadur Hospital, Model Town, Ludhiana. Thank you so much ਅੱਜ ਤੁਸੀਂ ਗੱਲ ਕਰਨ ਲਈ ਇੱਥੇ ਆਏ ਹੋ ਐਂਡ ਡੈਫੀਨੇਟਲੀ ਇਹ ਬਹੁਤ ਕੰਸਰਨਿੰਗ ਇਸ਼ੂ ਤੁਸੀਂ ਰੇਜ਼ ਕਰ ਰਹੇ ਹੋ। ਤਾਂ ਮੈਮ ਅਵੇਅਰਨੈਸ ਬਹੁਤ ਜ਼ਿਆਦਾ ਘੱਟ ਹੈ ਇਸ ਚੀਜ਼ ਨੂੰ ਲੈ ਕੇ, ਬਹੁਤ ਸਾਰੇ ਇਸ਼ੂਜ਼ ਇੱਦਾਂ ਦੇ ਆ ਰਹੇ, ਬਹੁਤ ਸਾਰੀਆਂ ਖਬਰਾਂ ਅਸੀਂ ਵੀ ਦੇਖ ਰਹੇ ਹਾਂ, ਲੋਕ ਪਰੇਸ਼ਾਨ ਹੋ ਰਹੇ ਨੇ ਕਿਵੇਂ ਇੱਕ ਪਿਓ ਜਿਹੜਾ ਆਪਣੇ 3 ਸਾਲ ਦੇ ਮਾਸੂਮ ਪੁੱਤ ਨੂੰ ਮਾਰ ਸਕਦਾ ਹੈ। ਕੀ ਇਹ ਡਿਪਰੈਸ਼ਨ ਇੰਨਾ ਹਾਰਮ ਕਰ ਦੇਗਾ ਕਿਸੇ ਨੂੰ ਵੀ ਤੁਸੀਂ ਆਪਣੇ ਘਰ ਦੇ ਮੈਂਬਰਸ ਨੂੰ ਖਤਮ ਕਰਨਾ ਸ਼ੁਰੂ ਕਰ ਦਿਓ? ਓਕੇ, ਵੈਰੀ ਗੁੱਡ ਕੁਐਸਚਨ। ਸਾਈਕੈਟਰੀ ਦੀ ਪ੍ਰੋਬਲਮ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਆਮ ਜਨਤਾ ਦੇ ਵਿੱਚ ਕਾਫੀ ਕਾਮਨ ਪਾਈ ਜਾਂਦੀ ਹੈ। ਡਿਪਰੈਸ਼ਨ, ਐਂਗਜ਼ਾਇਟੀ, ਸਾਈਕੋਸਿਸ, ਅਲੱਗ-ਅਲੱਗ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ। ਦੇਖਣ ਵਾਲੀ ਗੱਲ ਇੱਥੇ ਇਹ ਹੈ ਕਿ ਨੋਟ ਨੈਸੈਸਰੀਲੀ ਕਿ ਡਿਪਰੈਸ਼ਨ ਦੇ ਵਿੱਚ ਹੀ ਮਰੀਜ਼ ਜਾ ਕੇ ਆਪਣੇ ਘਰਦਿਆਂ ਦੇ ਅਗੇਂਸਟ ਹੋ ਜਾਂਦਾ ਹੈ ਜਾਂ ਫਿਰ ਸਟ੍ਰੈਸ ਦੇ ਅੰਡਰ ਆ ਕੇ ਉਹ ਇੱਦਾਂ ਦੀ ਹਰਕਤ ਕਰ ਲੇਗਾ। ਕਾਫੀ ਵਾਰੀ এনवायरमेंटल ਫੈਕਟਰਸ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਣੇ ਉੱਪਰ ਸਟ੍ਰੈਸ ਕਿੰਨਾ ਹੈ, ਆਪਣੇ এনवायरमेंट 'ਚ ਕਿਹੜੀ ਚੀਜ਼ਾਂ ਹੈ ਜਿਹੜੀਆਂ ਸਾਨੂੰ ਪੁਸ਼ ਕਰ ਰਹੀਆਂ ਇਹ ਚੀਜ਼ ਕਰਨ ਲਈ। ਪਲੱਸ ਆਪਾਂ ਪੇਸ਼ੈਂਟਸ ਜਦੋਂ ਮੇਰੇ ਕੋਲ ਆਉਂਦੇ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ ਕਿ ਨੇਚਰ ਵਰਸਸ ਨਰਚਰ ਕੀ ਹੁੰਦਾ। ਨੇਚਰ ਮਤਲਬ ਕਿ ਜਿਹੜੇ ਆਪਣੀ ਪਰਸਨੈਲਿਟੀ ਸ਼ੁਰੂ ਤੋਂ ਹੈ, ਥੋੜ੍ਹੇ ਜਿਹੇ ਜੈਨੇਟਿਕ ਕੰਪੋਨੈਂਟ ਹੈਗੇ, ਠੀਕ ਹੈ, ਥੋੜ੍ਹੀ ਜਿਹੀ ਪਰਸਨੈਲਿਟੀ ਦੇ ਫੈਕਟਰਸ ਹੋ ਗਏ। ਨਰਚਰ ਮਤਲਬ ਜਿੱਦਾਂ ਦਾ ਆਪਣਾ এনवायरमेंट ਹੈ। ਸੋ ਇੱਥੇ ਸਿਰਫ ਡਿਪਰੈਸ਼ਨ ਹੀ ਰੋਲ ਨਹੀਂ ਪਲੇ ਕਰ ਰਿਹਾ, ਇੱਥੇ ਆਪਣੀ ਪਰਸਨੈਲਿਟੀ ਕੈਰੈਕਟਰਸ ਵੀ ਰੋਲ ਪਲੇ ਕਰ ਰਹੇ ਹੈ ਕਿਉਂਕਿ ਫੋਰ ਐਗਜ਼ਾਮਪਲ ਜੇ ਆਪਾਂ ਕੋਈ ਐਂਟੀ ਸੋਸ਼ਲ ਪਰਸਨੈਲਿਟੀ ਲੈ ਲੈਂਦੇ ਹਾਂ, ਠੀਕ ਹੈ, ਉਹਨਾਂ ਦੇ ਚਾਂਸਸ ਜ਼ਿਆਦਾ ਹੁੰਦੇ ਆ ਵਾਇਲੈਂਸ ਕ੍ਰੀਏਟ ਕਰਨ ਦੇ ਜਾਂ ਫਿਰ ਇੱਦਾਂ ਦੇ ਐਕਟਸ ਕਰਨ ਦੇ ਜਿਹਨੂੰ ਆਪਾਂ ਹੋਮਿਸਾਈਡ ਕਹਿ ਦਿੰਦੇ ਹਾਂ। ਪਲੱਸ ਥਰਡ ਫੈਕਟਰ ਜਿਹੜਾ ਬਹੁਤ ਇੰਪੋਰਟੈਂਟ ਆਉਂਦਾ ਉਹ ਹੈ ਕੋਈ ਨਸ਼ੇ ਦੀ ਲੱਤ, ਜਿੱਦਾਂ ਸਬਸਟੈਂਸ ਅਬਿਊਜ਼ ਹੋ ਗਿਆ, ਕੋਈ ਐਲਕੋਹਲ ਜਾਂ ਕੋਈ ਹੈਰੋਇਨ, ਠੀਕ ਹੈ। ਇਹ ਤਿੰਨੋਂ ਚੀਜ਼ਾਂ ਮਿਲ ਕੇ ਆਫਨ ਇੱਦਾਂ ਦੀਆਂ ਚੀਜ਼ਾਂ ਕਰ ਸਕਦੀਆਂ। ਬਟ ਡੈਫੀਨੇਟਲੀ ਡਿਪਰੈਸ਼ਨ ਐਂਡ ਐਂਗਜ਼ਾਇਟੀ ਦੇ ਵਿੱਚ ਵਾਇਲੈਂਸ ਦਾ ਜਿਹੜਾ ਪਰਸੈਂਟੇਜ ਹੈ ਉਹ ਕਾਫੀ ਘੱਟ ਹੈਗੀ। ਹੋਰ ਕਾਫੀ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਜਿਸ 'ਚ ਬੰਦਾ ਰਿਐਲਿਟੀ ਦਾ ਟੱਚ ਲੂਜ਼ ਕਰ ਦਿੰਦਾ, ਉਹਨਾਂ ਦੇ ਵਿੱਚ ਫਿਰ ਵੀ ਹੋਮਿਸਾਈਡ ਜਾਂ ਫਿਰ ਵਾਇਲੈਂਸ ਦੀ ਪੋਸੀਬਿਲਿਟੀ ਜ਼ਿਆਦਾ ਹੋ ਸਕਦੀ ਹੈ। ਬਟ ਲੈਟਸ ਨੋਟ ਸੈਂਡ ਕੋਈ ਇੱਦਾਂ ਦਾ ਮੈਸੇਜ ਆਪਾਂ ਨਹੀਂ ਸੈਂਡ ਕਰ ਸਕਦੇ ਸੋਸਾਇਟੀ ਦੇ ਵਿੱਚ ਕਿ ਜੇ ਮੈਂਟਲ ਇਲਨੈਸ ਹੈ ਤਾਂ ਉਹਨੂੰ ਆਪਾਂ ਹੋਮਿਸਾਈਡ ਦੇ ਨਾਲ ਲਿੰਕ ਕਰਾਂਗੇ।
ਇਸ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਵੀ ਮੈਂਟਲੀ ਇਲ ਪੇਸ਼ੈਂਟਸ ਹੁੰਦੇ ਆ ਉਹ ਵਾਇਲੈਂਸ ਕਰਨ ਦੀ ਬਜਾਏ ਵਾਇਲੈਂਸ ਦੇ ਵਿਕਟਿਮ ਜ਼ਿਆਦਾ ਪਰਸੈਂਟੇਜ ਪਾਈ ਜਾਂਦੀ ਹੈ ਕਿ ਵਿਕਟਿਮਾਈਜ਼ ਜ਼ਿਆਦਾ ਹੁੰਦੇ ਆ ਵਾਇਲੈਂਸ ਨੂੰ ਲੈ ਕੇ। ਡੈਫੀਨੇਟਲੀ ਜਿਹੜੀਆਂ 3 ਚੀਜ਼ਾਂ ਮੈਂ ਬੋਲੀਆਂ, ਸਬਸਟੈਂਸ ਅਬਿਊਜ਼ ਤੇ ਪਰਸਨੈਲਿਟੀ ਫੈਕਟਰਸ ਐਂਡ ਔਨਗੋਇੰਗ ਸਟ੍ਰੈਸ, ਆਈ ਥਿੰਕ ਉਹ ਤਿੰਨੋਂ ਚੀਜ਼ਾਂ ਕੰਬਾਈਨ ਕਰਕੇ ਰਿਸਕ ਇੰਕਰੀਜ਼ ਹੋ ਸਕਦਾ। ਤੁਸੀਂ ਇਹ ਚੀਜ਼ ਜਿਹੜੀ ਹੈ ਡਿਸਕ੍ਰਾਈਬ ਕੀਤੀ ਹੈ, ਜੇ ਕਿ ਗੱਲਬਾਤ ਕੀਤੀ ਜਾਂਦੀ ਇੱਕ ਮੈਂ ਤੁਹਾਡੇ ਨਾਲ ਕੇਸ ਸ਼ੇਅਰ ਕਰੂੰਗੀ, ਤੁਸੀਂ ਸੁਣਿਆ ਵੀ ਹੋਏਗਾ। ਇੱਕ ਜਿਹੜੀ ਲੜਕੀ ਹੈ, ਨਾਬਾਲਗ ਲੜਕੀ ਸੀਗੀ, ਅੰਮ੍ਰਿਤਸਰ ਦੇ ਪਿੰਡ ਦੇ ਰਹਿਣ ਵਾਲੇ, ਤਾਂ ਉਹ ਕਿਸੇ ਦੇ ਘਰ ਜਾ ਕੇ ਰਹਿੰਦੀ ਹੈ ਰਾਤ ਨੂੰ, ਤਾਂ ਉਹ ਮੈਂਟੈਲਿਟੀ ਉਸਦੇ ਫਾਦਰ ਦੀ ਇਸ ਕਦਰ ਪਹੁੰਚ ਗਈ ਕਿ ਉਹਨੂੰ ਜਦੋਂ ਘਰ ਵਾਪਸ ਦੇਖਿਆ ਗਿਆ ਉਸਨੂੰ ਮਾਰ ਦਿੱਤਾ ਗਿਆ, ਰੇਲਵੇ ਟਰੈਕ 'ਤੇ ਸੁੱਟ ਦਿੱਤਾ ਗਿਆ। ਤਾਂ ਲੋਕਾਂ ਦੇ ਨਾ ਡਬਲ ਵਿਊਜ਼ ਆ ਰਹੇ ਇਸ ਉੱਤੇ ਵੀ, ਨਹੀਂ ਉਹਨੇ ਆਪਣੀ ਅਣਖ ਖਾਤਰ ਕੀਤਾ ਹੈ ਨਾ, ਵੀ ਮਤਲਬ ਬੇਟੀ ਘਰ ਬਾਹਰ ਲੈ ਕੇ ਆਈ ਹੈ ਰਾਤ ਨੂੰ, ਪਰ ਦੂਜੇ ਪਾਸੇ ਇਹ ਵੀ ਆ ਰਿਹਾ ਕਿ ਇੱਥੋਂ ਤੱਕ ਦੀ ਮੈਂਟੈਲਿਟੀ ਪਹੁੰਚ ਗਈ ਵੀ ਆਪਣੀ ਧੀ ਨੂੰ ਮਾਰਨ ਤੱਕ ਪਹੁੰਚ ਗਈ। ਉਸਨੂੰ ਸਮਝਾਇਆ ਜਾ ਸਕਦਾ ਸੀ, ਉਸਨੂੰ ਰੋਕਿਆ ਜਾ ਸਕਦਾ ਸੀ। ਡੈਫੀਨੇਟਲੀ ਇਸ ਚੀਜ਼ ਦਾ ਬੈਕਗਰਾਊਂਡ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਫਾਦਰ ਆਲਰੇਡੀ ਔਨਗੋਇੰਗ ਸਟ੍ਰੈਸ ਫੇਸ ਕਰ ਰਹੇ ਸੀ ਕਿ ਨਹੀਂ ਕਰ ਰਹੇ ਸੀਗੇ। ਦੂਸਰੀ ਚੀਜ਼ ਇਹ ਹੈ ਕਿ ਐਜ਼ ਸੱਚ ਉਹਨੂੰ ਡਿਪਰੈਸ਼ਨ ਨਾਲ ਲਿੰਕ ਕਰਨਾ ਇਜ਼ ਆਲਸੋ ਨਾਟ ਜਸਟੀਫਾਈਡ। ਇਸ ਚੀਜ਼ 'ਚ ਆਪਾਂ ਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਆਪਣੀ ਸੁਸਾਇਟੀ ਜਿਹੜੀ ਹੈ ਐਂਡ ਸਪੈਸ਼ਲੀ ਰੂਰਲ ਏਰੀਆਜ਼ ਯਾਨੀ ਪਿੰਡਾਂ ਵਾਲੇ ਏਰੀਆ ਜਿਹੜੀ ਸੁਸਾਇਟੀ ਹੈ ਉਹ ਕਿੰਨੀ ਰਿਜਿਡ ਆਈਡੀਓਲੋਜੀ ਫੋਲੋ ਕਰਦੀ ਹੈ। ਠੀਕ ਹੈ, ਜਿੰਨੇ ਜ਼ਿਆਦਾ ਆਪਾਂ ਸੁਸਾਈਟਲ ਨੋਰਮਸ ਰਿਜਿਡ ਤਰੀਕੇ ਨਾਲ ਫੋਲੋ ਕਰਦੇ ਹਾਂ, ਆਈ ਥਿੰਕ ਇੰਡੀਆ ਦੀ ਪੋਪੂਲੇਸ਼ਨ ਲਈ ਜਿਹੜਾ ਇੰਸੀਡੈਂਟ ਤੁਸੀਂ ਐਕਸਪਲੇਨ ਕਰ ਰਹੇ ਹੋ ਉਹ ਕਾਫੀ ਐਕਸਟ੍ਰੀਮ ਹੈ। ਐਂਡ ਉਹਦੇ ਵਿੱਚ ਜੇ ਸੁਸਾਇਟੀ ਦੇ ਵਿੱਚ ਸਰਵਾਈਵ ਕਰਨਾ ਹੈ ਤਾਂ ਫਿਰ ਲੋਕ ਯੂਜੂਅਲੀ ਇੱਦਾਂ ਦੇ ਇੰਸੀਡੈਂਟਸ ਕਰ ਦਿੰਦੇ ਹੈਗੇ। ਉਹਦੇ ਵਿੱਚ ਨਾਟ ਨੈਸੈਸਰੀਲੀ ਕਿ ਆਪਾਂ ਉਹਨੂੰ ਮੈਂਟਲ ਇਲਨੈਸ ਨਾਲ ਲਿੰਕ ਕਰੀਏ ਅਗੇਨ। ਉਸ ਤੋਂ ਬਾਅਦ ਅਗਰ ਗੱਲਬਾਤ ਕੀਤੀ ਜਾਂਦੀ ਹੈ, ਐਂਗਰ ਇਸ਼ੂਜ਼ ਬਹੁਤ ਜ਼ਿਆਦਾ ਵੱਧ ਗਏ ਨੇ ਅੱਜ ਕੱਲ੍ਹ। ਲੋਕ ਬਿਲਕੁਲ ਵੀ ਕਹਿ ਲਓ ਪੇਸ਼ੈਂਸ ਫੀਲ ਕਰਨਾ ਹੀ ਨਹੀਂ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਰਿਐਕਟ ਕਰਨਾ ਤਾਂ ਸਾਡਾ ਰਿਐਕਸ਼ਨ ਗੁੱਸੇ ਦੇ ਰਾਹੀਂ ਹੀ ਹੋ ਸਕਦਾ। ਯੈਸ, ਅਨਦਰ ਵੈਰੀ ਇੰਟਰਸਟਿੰਗ ਕੁਐਸਚਨ ਹੈ, ਵਧੀਆ ਕੁਐਸਚਨ ਹੈ। 2-3 ਚੀਜ਼ਾਂ ਇੱਥੇ। ਇੱਕ ਤਾਂ ਟਾਈਮ ਦੇ ਨਾਲ ਇੰਡੀਆ ਇਜ਼ ਮੋਡਰਨਾਈਜ਼ਿੰਗ, ਕਾਫੀ ਚੀਜ਼ਾਂ ਮਾਡਰਨ ਹੋ ਗਈਆਂ। ਟੈਕਨੋਲੋਜੀ ਦੀ ਐਕਸੈਸ ਬਹੁਤ ਕਾਮਨ ਹੋ ਗਈ। ਅੱਜ ਕੱਲ੍ਹ ਹਰ ਬੰਦੇ ਕੋਲ ਸਮਾਰਟਫੋਨ ਹੁੰਦਾ। ਟੈਕਨੋਲੋਜੀ ਦੀ ਐਕਸੈਸ ਡਬਲ ਐਜਡ ਸਵੋਰਡ ਹੈ। ਠੀਕ ਹੈ, ਉਹਦੇ ਪੋਜ਼ੀਟਿਵ ਪੁਆਇੰਟਸ ਵੀ ਹੈਗੇ, ਉਹਦੇ ਨੈਗੇਟਿਵ ਪੁਆਇੰਟਸ ਵੀ ਹੈ। ਠੀਕ ਹੈ, ਇਹ ਕਾਫੀ ਅੱਛੀ ਚੀਜ਼ਾਂ ਲਈ ਵੀ ਕੰਮ ਕੀਤਾ ਜਾ ਸਕਦਾ ਹੈ ਟੈਕਨੋਲੋਜੀ ਦੇ ਨਾਲ, ਬਟ ਕਾਫੀ ਚੀਜ਼ਾਂ ਹੁੰਦੀਆਂ ਜਿਵੇਂ ਵਾਇਲੈਂਸ ਸੋਸ਼ਲ ਮੀਡੀਆ 'ਤੇ ਕਾਫੀ ਕਾਮਨਲੀ ਦੇਖਣ ਨੂੰ ਮਿਲਦੀ ਹੈ। ਐਨੀਮਲ ਅਬਿਊਜ਼ ਦੇ ਵੀਡੀਓਜ਼ ਲੋਕੀ ਮਜ਼ਾਕ 'ਚ ਬਣਾ ਕੇ ਭੇਜਦੇ ਹੈ, ਜਾਂ ਫਿਰ ਈਵ ਟੀਜ਼ਿੰਗ ਦੇ ਉੱਪਰ ਜੋਕਸ ਬਣਾਏ ਜਾਂਦੇ ਆ। ਸੋ ਵਾਇਲੈਂਸ ਸਪੈਸੀਫਿਕਲੀ ਬੀ ਇਟ ਇਨ ਵੀਡੀਓ ਗੇਮਸ ਦੇ ਵਿੱਚ ਵੀ ਕਾਫੀ ਕਾਮਨ ਦੇਖਣ ਨੂੰ ਮਿਲਦੀ ਹੈ। ਐਂਡ ਐਨੀਵੇ ਰੀਲਸ ਦੇ ਥਰੂ ਬੱਚੇ ਵੀ ਵਾਇਲੈਂਸ ਕਰਕੇ ਰੀਲਸ ਬਣਾ ਕੇ ਹੱਸ ਰਹੇ ਹੁੰਦੇ ਆ, ਕੁਛ ਇੱਦਾਂ ਦਾ। ਠੀਕ ਹੈ, ਸੋ ਸੋਸ਼ਲ ਮੀਡੀਆ 'ਤੇ ਵਾਇਲੈਂਸ ਦਾ ਮੈਸੇਜ ਜਿਹੜਾ ਉਹ ਬਹੁਤ ਓਪਨਲੀ ਪ੍ਰਮੋਟ ਕੀਤਾ ਜਾ ਰਿਹਾ। ਐਂਡ ਉੱਥੇ ਕੋਈ ਬੈਰੀਅਰ ਨਹੀਂ ਹੈ, ਬੇਸਿਕਲੀ ਕੋਈ ਬੈਨ ਵਗੈਰਾ ਨਹੀਂ ਹੈ। ਸੈਕਿੰਡ ਥਿੰਗ ਇਜ਼ ਕਿ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ। ਸਾਈਬਰ ਕ੍ਰਾਈਮ ਤੇ ਬੁਲਿੰਗ ਨੂੰ ਆਪਾਂ ਪ੍ਰਮੋਟ ਕਰਦੇ ਹਾਂ, ਜਾਂ ਫਿਰ ਟਰੋਲਿੰਗ ਇੱਕ ਨਵੀਂ ਚੀਜ਼ ਆਈ ਹੈ। ਟਰੋਲਿੰਗ ਦੇ ਵਿੱਚ ਆਪਾਂ ਕੋਈ ਵੀ ਫੇਮਸ ਪਰਸਨੈਲਿਟੀ ਹੈ ਜਾਂ ਕੋਈ ਰੈਂਡਮ ਇੰਡੀਵਿਜੂਅਲ ਹੈ, ਆਪਾਂ ਉਹਦਾ ਮਜ਼ਾਕ ਉਡਾ ਕੇ ਹੱਸਦੇ ਹਾਂ। ਠੀਕ ਹੈ, ਬਿਕਾਜ਼ ਤੁਸੀਂ ਇਹ ਸਾਰੀ ਚੀਜ਼ਾਂ ਫੇਸ ਟੂ ਫੇਸ ਨਹੀਂ ਕਰ ਰਹੇ ਹੋ, ਤੁਸੀਂ ਇੱਕ ਸਕਰੀਨ ਦੇ ਪਿੱਛੇ ਬੈਠ ਕੇ ਕਰ ਰਹੇ ਹੋ। ਸੋ ਉਹ ਵਾਲੀ ਚੀਜ਼ ਜਿਹੜੀ ਹੈ ਉਹ ਕਾਫੀ ਜ਼ਿਆਦਾ ਪ੍ਰੈਵਲੈਂਟ ਹੋ ਗਈ ਹੈ ਸੋਸਾਇਟੀ ਦੇ ਵਿੱਚ ਹੁਣ। ਮਾਡਰਨਾਈਜੇਸ਼ਨ, ਐਕਸੈਸ ਟੂ ਟੈਕਨੋਲੋਜੀ ਐਂਡ ਇੱਕ ਜਿਹੜਾ ਇਹ ਸੋਸ਼ਲ ਨੋਰਮਸ ਫੋਲੋ ਨਾ ਕਰਨ ਵਾਲਾ ਜਿਹੜਾ ਯੰਗ ਜਨਰੇਸ਼ਨ ਦਾ ਟਰੈਂਡ ਹੈਗਾ ਅੱਜ ਕੱਲ੍ਹ। ਠੀਕ ਹੈ, ਇਹ ਤਿੰਨੋਂ ਚੀਜ਼ਾਂ ਕੰਬਾਈਨ ਕਰਕੇ ਵਾਇਲੈਂਸ ਦੇ ਮੈਸੇਜਸ ਨੂੰ ਬਹੁਤ ਓਪਨਲੀ ਭੇਜ ਰਹੀਆਂ ਸੋਸਾਇਟੀ ਦੇ ਵਿੱਚ। ਐਂਡ ਇਟ ਇਜ਼ ਵੈਰੀ ਸੈਡ ਟੂ ਨੋ ਕਿ ਐਂਪਥੀ ਜਿਹੜੀ ਹੈ, ਐਂਪਥੀ ਆਪਾਂ ਕਹਿ ਦਿੰਦੇ ਹਾਂ ਕਿ ਪਿਆਰ ਦੀ ਭਾਵਨਾ ਜਾਂ ਫਿਰ ਅਫੈਕਸ਼ਨ ਦੀ ਭਾਵਨਾ ਜਾਂ ਵਿਨਮਰਤਾ ਸੋਸਾਇਟੀ ਦੇ ਆਪਸ ਦੇ ਲੋਕਾਂ ਦੇ ਵਿੱਚ, ਠੀਕ ਹੈ, ਉਹ ਕਾਫੀ ਘੱਟ ਗਈ ਹੈ। ਆਈ ਹੈਡ ਐਕਚੁਅਲੀ ਰਿਟਨ ਐਨ ਆਰਟੀਕਲ ਇਹਦੇ ਉੱਪਰ couple of months back. I had written lost art of empathy. Lost art of empathy means ਕਿ ਇਹ ਵਿਨਮਰਤਾ ਜਿਹੜੀ ਹੈ ਲੋਕਾਂ ਦੇ ਵਿੱਚ ਆਪਸ 'ਚ ਕਿਵੇਂ ਲੂਜ਼ ਹੋ ਗਈ ਹੈ ਇਨ ਪ੍ਰੀਵੀਅਸ 10 years or 20 years। ਲੋਕ ਆਪਸ 'ਚ ਉਹਨਾਂ ਭਾਈਚਾਰੇ ਨਾਲ ਨਹੀਂ ਰਹਿੰਦੇ ਹੈ। ਇੱਕ ਇੰਡੀਵਿਜੂਅਲ ਜਿਹੜੀ ਸੋਚ ਹੈਗੀ ਉਹ ਕਾਫੀ ਜ਼ਿਆਦਾ ਅੱਗੇ ਚਲੀ ਗਈ ਹੈ, ਬਟ ਉਹ ਇੰਡੀਵਿਜੂਅਲ ਸੋਚ ਆਉਂਦੀ ਹੈ ਵੈਸਟਰਨ ਵਰਲਡ ਤੋਂ। ਉਹ ਵੈਸਟਰਨ ਵਰਲਡ ਅਤੇ ਇੰਡੀਅਨ ਵੈਲਿਊਜ਼ ਉਹ ਕਿਤੇ ਨਾ ਕਿਤੇ ਮੈਚ ਨਹੀਂ ਕਰ ਪਾ ਰਹੀਆਂ। ਤੁਸੀਂ ਜਿਹੜੀ ਗੱਲ ਦੱਸੀ ਹੈ ਵੀ ਸੋਸ਼ਲ ਮੀਡੀਆ ਇੰਨਾ ਕੁ ਸਾਡੇ ਉੱਤੇ ਇੰਪੈਕਟ ਪਾ ਚੁੱਕਾ ਹੈ ਕਿ ਬਿਹਾਈਂਡ ਦਾ ਸਕਰੀਨ ਜੋ ਅਸੀਂ ਰਿਐਕਟ ਕਰਦੇ ਹਾਂ ਉਹ ਸ਼ਾਇਦ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਹਮਣੇ ਵਾਲੇ ਦੀ ਜੇ ਕਿਸੇ ਦੀ ਮਿਮਿਕਰੀ ਕਰ ਰਹੇ ਹੋ, ਕਿਸੇ ਨੂੰ ਟਰੋਲ ਕਰ ਰਹੇ ਹੋ, ਉਹਦੀ ਰਿਐਲਿਟੀ ਲਾਈਫ ਦੀ ਬਿਲਕੁਲ ਚੇਂਜ ਹੋ ਰਹੀ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਦੇ ਇਹੋ ਜਿਹੇ ਐਗਜ਼ਾਮਪਲਸ ਵੀ ਸਾਹਮਣੇ ਆਏ ਨੇ ਕਿ ਸੁਸਾਈਡ ਕੇਸਿਸ ਵੱਧ ਗਏ ਨੇ। ਸਪੈਸ਼ਲੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਅਬਰੋਡ ਕੰਟਰੀਜ਼ ਦੀ, ਤਾਂ ਉੱਥੇ ਜਾ ਕੇ ਜਦੋਂ ਬੱਚੇ ਇਕੱਲੇ ਹੁੰਦੇ ਆ ਜਾਂ ਕਿਸੇ ਦਾ ਸੁਸਾਈਡਲ ਕੇਸ ਸਾਹਮਣੇ ਆਉਂਦਾ ਤਾਂ ਉਹਦਾ ਪਿੱਛੇ ਰੀਜ਼ਨ ਇਹ ਆਉਂਦਾ ਵੀ ਇਹਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਹਰਾਸ ਕੀਤਾ ਜਾ ਰਿਹਾ ਸੀ। ਯੈਸ, ਆਈ ਥਿੰਕ ਵਟ ਇਜ਼ ਹੈਪਨਿੰਗ ਉੱਥੇ ਇਜ਼ ਬੁਲਿੰਗ ਇੱਕ ਬਹੁਤ ਜ਼ਿਆਦਾ ਟਰੋਮੈਟਿਕ ਚੀਜ਼ ਹੁੰਦੀ ਹੈ ਕਿਸੇ ਬੱਚੇ ਲਈ, ਐਂਡ ਅਡੋਲੈਸੈਂਟ ਦੇ ਵਿੱਚ ਬਹੁਤ ਕਾਮਨ ਹੁੰਦੀ ਹੈ। ਇਹ ਲੈ ਕੇ ਚੱਲੋ ਕਿ ਸਕੂਲ ਜਾਂ ਕਾਲਜ 'ਚ ਜੇ ਬੱਚਾ ਜਾ ਰਿਹਾ ਤਾਂ ਉਹਦੀ ਬੁਲਿੰਗ ਹੋਏਗੀ।
ਕਈ ਵਾਰੀ ਅਡਲਟਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਕਿ ਕੁਝ ਅਡਲਟਸ ਇੱਕ ਗੈਂਗ ਅਪ ਕਰ ਲੈਂਦੇ ਆ ਕਿਸੇ ਇੱਕ ਅਡਲਟ ਦੇ ਅਗੇਂਸਟ। ਤਾਂ ਬੁਲਿੰਗ ਜਿਹੜਾ ਟਰਾਮਾ ਹੈ ਉਹ ਬਹੁਤ ਬੁਰਾ ਹੁੰਦਾ ਕਿਉਂਕਿ ਉਹਦੇ ਨਾਲ ਬੰਦੇ ਦਾ ਕੌਨਫੀਡੈਂਸ ਬਿਲਕੁਲ ਟੁੱਟ ਜਾਂਦਾ। ਹੁਣ ਕੌਨਫੀਡੈਂਸ ਟੁੱਟ ਜਾਂਦਾ ਐਂਡ ਉਹ ਕੌਨਸਟੈਂਟ ਫਰਸਟ੍ਰੇਸ਼ਨ ਐਂਡ ਇਰੀਟੇਸ਼ਨ ਜਦੋਂ ਬਿਲਡਅਪ ਹੁੰਦੀ ਹੈ ਤਾਂ ਉਹ ਵੀ ਸਟ੍ਰੈਸ ਲੈਵਲ ਉਸ ਹੱਦ ਤੱਕ ਪਹੁੰਚਾ ਦਿੰਦੀ ਹੈ। ਇਫ ਆਈ ਕੈਨ ਰਿਮਾਈਂਡ ਯੂ ਕਿ US ਦੇ ਵਿੱਚ ਫੋਰ ਐਗਜ਼ਾਮਪਲ ਮਾਸ ਸ਼ੂਟਿੰਗਸ ਬਹੁਤ ਜ਼ਿਆਦਾ ਹੋ ਰਹੀਆਂ, ਗਨ ਸ਼ੂਟਿੰਗਸ ਬਹੁਤ ਜ਼ਿਆਦਾ ਹੋ ਰਹੀਆਂ। ਕਿਉਂ ਹੋ ਰਹੀਆਂ? ਬੈਕਗਰਾਊਂਡ ਸਟੋਰੀ ਜੇ ਆਪਾਂ ਦੇਖੀਏ ਤਾਂ ਜਿਹੜਾ ਵੀ ਪਰਪੇਟਰੇਟਰ ਹੁੰਦਾ, ਜਿਹੜਾ ਵੀ ਬੱਚਾ ਗਨ ਲੈ ਕੇ ਆਇਆ ਸੀ ਸਕੂਲ ਦੇ ਵਿੱਚ, ਉਹਨੂੰ ਬੁੱਲੀ ਕੀਤਾ ਜਾ ਰਿਹਾ ਸੀ ਕਾਫੀ ਟਾਈਮ ਤੋਂ। ਮੋਸਟ ਆਫ ਦਾ ਟਾਈਮ ਸਟੋਰੀ ਇਹੀ ਹੁੰਦੀ ਹੈ ਮਾਸ ਸ਼ੂਟਿੰਗਸ ਦੇ ਵਿੱਚ। ਸੈਕਿੰਡ ਐਗਜ਼ਾਮਪਲ ਇਫ ਆਈ ਗਿਵ ਆਫ ਇੰਡੀਆ ਦੇ ਵਿੱਚ ਜੇ ਦੇਖੀਏ ਤਾਂ ਵੈਪਨਸ, ਗਨਸ ਐਂਡ ਆਲ ਦੋਜ਼ ਥਿੰਗਸ, ਵਾਇਲੈਂਸ ਪ੍ਰੋਮੋਟਿੰਗ ਥਿੰਗਸ ਆਈ ਵੁੱਡ ਸੇ, ਉਹ ਕਾਫੀ ਰੋਮੈਂਟਿਸਾਈਜ਼ ਕੀਤੀਆਂ ਜਾਂਦੀਆਂ। ਰੋਮੈਂਟਿਸਾਈਜ਼ ਇਨ ਦਾ ਸੈਂਸ ਆਪਾਂ ਨੂੰ ਮਿਊਜ਼ਿਕ 'ਚੋਂ ਸੁਣਨ ਨੂੰ ਮਿਲਦੀਆਂ, ਉਹਨੂੰ ਇੱਕ ਤਰ੍ਹਾਂ ਦਾ ਸਵੈਗ ਮੰਨਿਆ ਜਾਂਦਾ, ਵਿਚ ਇਜ਼ ਡੈਫੀਨੇਟਲੀ ਨਾਟ ਹੈਲਦੀ ਕਿਉਂਕਿ ਛੋਟੇ ਛੋਟੇ ਬੱਚੇ ਗਨਸ ਵਾਲੇ ਸੌਂਗਸ ਗਾ ਰਹੇ ਹੁੰਦੇ ਆ। ਐਂਡ ਸੁਸਾਈਡ ਦਾ ਵੀ ਜੇ ਆਪਾਂ ਲੈ ਕੇ ਚੱਲੀਏ, ਜੇ ਤੁਸੀਂ ਕੋਈ ਵੀ TV ਸ਼ੋਅ ਪਿਕ ਕਰ ਲਓ, ਕੋਈ ਵੀ ਫਿਲਮ ਪਿਕ ਕਰ ਲਓ, ਤਾਂ ਉਹਦੇ ਵਿੱਚ ਸੁਸਾਈਡ ਨੂੰ ਵੀ ਰੋਮੈਂਟਿਸਾਈਜ਼ ਕਰ ਦਿੰਦੇ ਆ। ਜਿੱਦਾਂ ਕਿ ਐਕਸਟ੍ਰੀਮਸ ਆਫ ਲਵ, ਦਿਸ ਇਜ਼ ਦ ਵੇ ਟੂ ਪ੍ਰੂਵ ਯੋਰ ਲਵ। ਤੁਸੀਂ ਆਪਣਾ ਪਿਆਰ ਪ੍ਰੂਵ ਕਰਨਾ ਤਾਂ ਤੁਸੀਂ ਸੁਸਾਈਡ ਅਟੈਂਪਟ ਕਰ ਲਓ। ਇੱਦਾਂ ਦੀ ਚੀਜ਼ਾਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਫਰੀਕੁਐਂਟਲੀ ਦੇਖਣ ਨੂੰ ਮਿਲਦੀਆਂ, ਜਿਹੜੀ ਬਹੁਤ ਹੀ ਗਲਤ ਧਾਰਨਾ ਬਣਾਉਂਦੀਆਂ ਅਬਾਊਟ ਮੈਂਟਲ ਇਲਨੈਸ, ਗਲਤ ਧਾਰਨਾ ਬਣਾਉਂਦੀਆਂ ਅਬਾਊਟ ਸੁਸਾਈਡ ਐਂਡ ਯੂਸੇਜ ਆਫ ਗਨ ਐਜ਼ ਵੈਲ। ਹੁਣ ਇੰਪੋਰਟੈਂਟ ਚੀਜ਼ ਯਾਦ ਆਪਾਂ ਨੂੰ ਇੱਥੇ ਰੱਖਣੀ ਹੈ ਕਿ ਫॉर ਅ ਲੇਮੈਨ, ਇੱਕ ਸੁਸਾਇਟੀ ਦੇ ਬੰਦੇ ਲਈ ਸੋਰਸ ਆਫ ਇਨਫੋਰਮੇਸ਼ਨ ਕੀ ਹੈ? ਇਟ ਇਜ਼ ਮੀਡੀਆ। ਜੋ ਵੀ ਮੀਡੀਆ ਆਪਾਂ ਨੂੰ ਪੋਰਟਰੇ ਕਰੇਗਾ ਆਪਾਂ ਉਹ ਬਿਲੀਵ ਕਰਾਂਗੇ, ਬਟ ਜੋ ਸਹੀ ਚੀਜ਼ਾਂ ਪੋਰਟਰੇ ਕਰਨੀਆਂ ਚਾਹੀਦੀਆਂ ਉਹਦੀ ਪਰਸੈਂਟੇਜ ਬਹੁਤ ਘੱਟ ਹੈ, ਰਾਦਰ ਦੈਨ ਐਕਸਪੋਜ਼ਰ ਜ਼ਿਆਦਾ ਹੈ ਜਿਹੜੀਆਂ ਚੀਜ਼ਾਂ ਸੁਸਾਈਡ, ਗਨ ਵਾਇਲੈਂਸ, ਇਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੀਆਂ। ਬਿਲਕੁਲ, ਇੱਕ ਮੈਚਿਓਰ ਇਨਸਾਨ ਹਮੇਸ਼ਾ ਐਕਸਪੈਕਟ ਕਰਦਾ ਕਿ ਜੇ ਮੂਵੀ ਦੇਖਣ ਜਾਈਏ ਤਾਂ ਹੈਪੀ ਐਂਡਿੰਗ ਦੇਖਣ ਨੂੰ ਮਿਲੇ, ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਨਾ ਮਿਲਣ ਜੋ ਕਿ ਸ਼ਾਇਦ ਮੈਸੇਜ ਗਲਤ ਪਹੁੰਚਾ ਸਕਣ। ਯੈਸ ਟਰੂ, ਬਟ ਅਗੇਨ ਇੱਦਾਂ ਦੀ ਮੂਵੀਜ਼ ਫਿਰ ਲੋਕ ਇਹ ਵੀ ਬੋਲਦੇ ਹੈ ਕਿ ਇਹ ਬਹੁਤ ਬੋਰਿੰਗ ਸੀ। ਹਾਂ, ਇੰਟਰਸਟ ਨਹੀਂ ਬਣਿਆ। ਯੈਸ, ਗੱਲ ਤਾਂ ਉੱਥੇ ਹੀ ਆ ਗਈ ਨਾ, ਜੋ ਸੋਸ਼ਲ ਮੀਡੀਆ ਨੇ ਇੰਪੈਕਟ ਪਾਇਆ ਹੋਇਆ ਨਾ ਮਾਈਂਡਸ ਦੇ ਵਿੱਚ, ਉਹ ਉਹੀ ਐਕਸਪੈਕਟ ਕਰਦੇ ਕਿ ਜੇ ਅਸੀਂ ਕਿਤੇ ਜਾ ਰਹੇ ਹਾਂ ਤਾਂ ਸਾਨੂੰ ਉਹੀ ਚੀਜ਼ ਦੇਖਣ ਨੂੰ ਮਿਲੇ ਜੋ ਕਿ ਅਸੀਂ ਕਿਸੇ ਵੀਡੀਓ ਦੇ ਵਿੱਚ ਦੇਖੀ। ਯੈਸ, ਬੇਸਿਕਲੀ ਜਿਹੜੀ ਵੀ ਚੀਜ਼ ਹੈ ਕੋਈ ਮਾਸ ਫੋਲੋ ਕਰੇਗਾ ਤੇ ਆਪਣੀ ਕਮਿਊਨਿਟੀ ਦਾ ਟ੍ਰੈਂਡ ਇਹ ਹੈ ਕਿ ਉਹੀ ਚੀਜ਼ ਫੋਲੋ ਕਰਨੀ ਹੈ। ਜਿੱਦਾਂ ਕੋਈ ਵਾਇਲੈਂਟ ਮੂਵੀ ਹੈ ਤਾਂ ਟੀਨੇਜਰਸ ਨੂੰ ਮੋਸਟਲੀ ਵਾਇਲੈਂਟ ਮੂਵੀਜ਼ ਪਸੰਦ ਆਉਣਗੀਆਂ। ਜੇ ਵੱਡੀ ਕਾਰਸ 'ਤੇ ਸੌਂਗਸ ਬਣ ਰਹੇ ਹੈ ਤਾਂ ਮੋਸਟਲੀ ਟੀਨੇਜਰਸ ਨੂੰ ਵੱਡੀ ਕਾਰਸ ਵਾਲੇ ਸੌਂਗਸ ਹੀ ਪਸੰਦ ਆਉਣਗੇ। ਸੋ ਇੱਕ ਪ੍ਰਪੋਰਸ਼ਨੇਟ ਮੈਜੋਰਿਟੀ ਜਿਹੜੀ ਹੈ ਨਾ ਉਹ ਇੱਦਾਂ ਦੀ ਪੋਪੂਲੇਸ਼ਨ ਦੀ ਹੋ ਜਾਂਦੀ ਹੈ ਬਿਕਾਜ਼ ਮੀਡੀਆ ਕੌਨਸਟੈਂਟਲੀ ਉਹੀ ਪ੍ਰੋਜੈਕਟ ਕਰ ਰਿਹਾ। ਬਿਲਕੁਲ ਮੈਮ, ਨੈਗੇਟਿਵ ਥਾਟਸ ਦੇ ਉੱਤੇ ਅਗਰ ਗੱਲਬਾਤ ਕੀਤੀ ਜਾਂਦੀ ਆ, ਆਪਾਂ ਜੇ ਇਹ ਕੇਸਿਸ ਜਿਹੜੇ ਨੇ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਨੈਗੇਟਿਵ ਥਾਟਸ ਦੇ ਉੱਤੇ ਕੁਝ ਜ਼ਿਆਦਾ ਅਸਰ ਪਾਉਂਦੇ ਆ ਕਿ ਮਾਈਂਡ ਦੇ ਵਿੱਚ ਤੁਹਾਡੇ ਕੋਲ ਪੇਸ਼ੈਂਟਸ ਜਿਹੜੇ ਆਉਂਦੇ ਆ, ਕਈ ਵਾਰੀ ਉਹ ਡਿਸਕਸ਼ਨ ਕਰਦੇ ਹੋਣਗੇ ਵੀ ਸਾਡੇ ਮਾਈਂਡ 'ਤੇ ਇਹ ਥਾਟ ਆਉਂਦਾ ਵੀ ਮੈਨੂੰ ਇੰਨਾ ਗੁੱਸਾ ਇਸ ਬੰਦੇ ਦੇ ਨਾਲ ਵੀ ਮੈਂ ਉਹਨੂੰ ਮਾਰ ਦੇਵਾਂ। ਇੱਥੋਂ ਤੱਕ ਨੈਗੇਟਿਵ ਥਾਟਸ ਜਿਹੜੇ ਨੇ ਮਾਈਂਡ 'ਚ ਸੈੱਟ ਹੋ ਜਾਂਦੇ। ਟਰੂ, ਆਈ ਵੁੱਡ ਸੇ ਕਿ ਜਦੋਂ ਬੰਦੇ ਦਾ ਨਾ ਸਟ੍ਰੈਸ ਛੋਟਾ ਹੁੰਦਾ ਲਾਈਕ 2-3 ਦਿਨਾਂ ਦਾ ਜਾਂ 2-3 ਹਫ਼ਤੇ ਦਾ, ਤਾਂ ਇਹ ਜਿਹੜੀ ਰਿਐਲਿਟੀ ਬੇਸਡ ਅਪਰੋਚ ਹੁੰਦੀ ਹੈ ਕਿ ਇਹ ਚੀਜ਼ ਗਲਤ ਹੈ। ਜੇ ਮੈਨੂੰ ਗੁੱਸਾ ਆ ਰਿਹਾ ਤਾਂ ਅਗਲੇ ਬੰਦੇ 'ਤੇ ਹੱਥ ਚੁੱਕਣਾ ਜਾਂ ਕੁਝ ਚੱਕ ਕੇ ਮਾਰਨਾ ਉਹ ਸੋਸ਼ਲੀ ਐਕਸੈਪਟੇਬਲ ਨਹੀਂ ਹੈ। ਠੀਕ ਹੈ, ਇਹ ਰਿਐਲਿਟੀ ਬੇਸਡ ਸੋਚ ਹੈ। ਜਿੱਦਾਂ ਜਿੱਦਾਂ ਆਪਣਾ ਸਟ੍ਰੈਸ ਕਰੋਨਿਕ ਹੁੰਦਾ, ਜਿੱਦਾਂ ਸਟ੍ਰੈਸ ਦਾ ਲੈਵਲ ਵੱਧਦਾ ਹੈ, ਫਰਸਟ੍ਰੇਸ਼ਨ ਦੀ ਟਾਈਮਿੰਗ ਵਧੀ ਜਾ ਰਹੀ ਹੈ, ਮੰਨ ਲਓ ਕੋਈ 2-3-4 ਸਾਲ ਤੱਕ ਬਿਲਕੁਲ ਬੁਲੀ ਹੋ ਰਿਹਾ ਹੈ ਜਾਂ ਫਿਰ ਉਹਨੂੰ ਸਟ੍ਰੈਸ ਕੌਨਸਟੈਂਟ ਮਿਲੀ ਜਾ ਰਿਹਾ ਤਾਂ ਡਿਪਰੈਸ਼ਨ ਜਿਹੜਾ ਹੈ ਉਹ ਸਟੇਜਸ ਦੇ ਵਿੱਚ ਆਉਂਦਾ। ਇੱਕ ਐਕਿਊਟ ਸਟੇਜ ਹੁੰਦੀ ਹੈ, ਫਿਰ ਹੋਪਲੈਸਨੈਸ, ਫਿਰ ਹੈਲਪਲੈਸਨੈਸ, ਵਰਥਲੈਸਨੈਸ, ਇਹ ਸਾਰੀਆਂ ਟਰਮਸ ਆਪਾਂ ਯੂਜ਼ ਕਰਦੇ ਹਾਂ ਜਦੋਂ ਪੇਸ਼ੈਂਟ ਨੂੰ ਵੀ ਆਪਾਂ ਸਮਝਾਉਂਦੇ ਹਾਂ ਕਿ ਇੱਕ ਲਿਮਿਟ ਆਉਂਦੀ ਹੈ ਜਦੋਂ ਨੈਗੇਟਿਵ ਥਾਟਸ ਇੰਨੇ ਜ਼ਿਆਦਾ ਵੱਧ ਜਾਂਦੇ ਆ ਕਿ ਉਹ ਸੁਸਾਈਡਲ ਜਾਂ ਫਿਰ ਡੈਥ ਵਿਸ਼ੇਸ ਤੱਕ ਪਹੁੰਚ ਜਾਂਦੇ ਆ। ਹੁਣ ਡੈਥ ਵਿਸ਼ੇਸ ਦੇ ਵਿੱਚ ਬੰਦਾ ਬੇਸਿਕਲੀ ਆਪਾਂ ਕਹਿੰਦੇ ਆ ਨਾ ਕਿ ਜਿਹਦੇ ਕੋਲ ਲੂਜ਼ ਕਰਨ ਲਈ ਕੁਝ ਨਹੀਂ, ਉਹਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ। ਸੋ ਉਹ ਐਂਗਰ ਜਿਹੜਾ ਉਹ ਆਪਣੇ ਵੱਲ ਵੀ ਡਾਇਰੈਕਟ ਹੋ ਸਕਦਾ, ਉਹੀ ਐਂਗਰ ਐਜ਼ ਐਨ ਇੰਪਲਸ ਕਿਸੇ ਹੋਰ ਵੱਲ ਵੀ ਡਾਇਰੈਕਟ ਹੋ ਸਕਦਾ, ਬਟ ਉਹਦੇ ਵਿੱਚ ਪਰਸਨੈਲਿਟੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਜੇ ਤਾਂ ਬੰਦੇ ਦੀ ਪੇਸ਼ੈਂਸ ਸ਼ੁਰੂ ਤੋਂ ਪਰਸਨੈਲਿਟੀ ਵਾਈਜ਼ ਘੱਟ ਹੈਗੀ, ਇੰਪਲਸਿਵਿਟੀ ਬਹੁਤ ਜ਼ਿਆਦਾ ਹੈ, ਚਾਂਸਸ ਹੋ ਜਾਂਦੇ ਹੈ ਕਿ ਉਹ ਵਾਲਾ ਐਂਗਰ ਕਿਸੇ ਹੋਰ ਵੱਲ ਡਾਇਰੈਕਟ ਹੋ ਜਾਏ। ਬਟ ਨੈਗੇਟਿਵ ਥਾਟਸ ਜੇ ਸਹੀ ਟਾਈਮ ਲਈ ਆਪਾਂ ਐਡਰੈਸ ਕਰ ਦਈਏ, ਬੰਦੇ ਕੋਲ ਕੋਈ ਸੋਸ਼ਲ ਸਪੋਰਟ ਸਿਸਟਮ ਹੋਏ, ਕੋਈ ਵੈਂਟੀਲੇਸ਼ਨ ਦਾ ਤਰੀਕਾ ਹੋਏ, ਤਾਂ ਇਟ ਇਜ਼ ਵੈਰੀ ਲੈਸ ਲਾਈਕਲੀ ਕਿ ਡਿਪਰੈਸ਼ਨ ਵਾਲੇ ਕੇਸਿਸ ਜਿੱਦਾਂ ਹੋਮੀਸਾਈਡ ਦੇ ਇਨਸੀਡੈਂਟਸ ਹੋਣ। ਐਂਗਰ ਇਸ਼ੂਜ਼ 'ਤੇ ਔਰ ਨੈਗੇਟਿਵ ਥਾਟਸ 'ਤੇ ਜਾਂ ਫਿਰ ਡਿਪਰੈਸ਼ਨ ਵਰਗੀ ਚੀਜ਼ ਜਿਹੜੀ ਕਿ ਤੁਹਾਨੂੰ ਨੋਰਮਲੀ ਤੁਸੀਂ ਘਰ ਡਾਇਗਨੋਸ ਵੀ ਕਰਨਾ ਸ਼ੁਰੂ ਕਰ ਦਿੰਦੇ ਵੀ ਮੈਨੂੰ ਨੀਂਦ ਨਹੀਂ ਆ ਰਹੀ, ਪ੍ਰੋਬਲਮ ਸ਼ੁਰੂ ਹੋ ਗਈ ਹੈ, ਤਾਂ ਉਹਨੂੰ ਆਪਾਂ ਘਰ ਦੇ ਵਿੱਚ ਹੀ ਸ਼ੁਰੂਆਤ ਕਿਵੇਂ ਕਰ ਸਕਦੇ ਹਾਂ, ਕਿਵੇਂ ਉਹਨੂੰ ਕਿਉਰ ਕਰ ਸਕਦੇ ਹਾਂ? ਕਿਉਂਕਿ ਕਹਿੰਦੇ ਨਾ ਵੀ ਜੇ ਪਹਿਲਾਂ ਹੀ ਧਿਆਨ ਦੇਣਾ ਸ਼ੁਰੂ ਕਰ ਦਿਓ ਤਾਂ ਸ਼ਾਇਦ ਨੌਬਤ ਅੱਗੇ ਤੱਕ ਪਹੁੰਚੇ ਹੀ ਨਾ। ਵੈਰੀ ਟਰੂ, ਅਗੇਨ ਵੈਰੀ ਇੰਟਰਸਟਿੰਗ ਕੁਐਸਚਨ। ਗੁੱਡ ਥਿੰਗ ਟੂ ਨੋ ਇਜ਼ ਕਿ ਸਾਈਕੈਟਰੀ ਦੀ ਪ੍ਰੋਬਲਮ ਜਾਂ ਮੈਂਟਲ ਹੈਲਥ ਜੇ ਆਪਾਂ ਆਪਣੀ ਸੁਸਾਇਟੀ 'ਚ ਦੇਖੀਏ ਤਾਂ ਸਟਿਗਮਾ ਬਹੁਤ ਜ਼ਿਆਦਾ ਹੈ। ਸਟਿਗਮਾ ਮਤਲਬ ਸ਼ਰਮ ਤੇ ਸੰਗ। ਮੈਂ ਕਹਿੰਦੀ ਹਾਂ ਸਾਈਕੈਟਰੀ ਦੀ ਸਭ ਤੋਂ ਵੱਡੀ ਬਿਮਾਰੀ ਜਿਹੜੀ ਹੈ ਉਹ ਨਾ ਡਿਪਰੈਸ਼ਨ ਹੈ, ਨਾ ਐਂਗਜ਼ਾਈਟੀ ਹੈ, ਨਾ ਟੈਨਸ਼ਨ ਹੈ,
ਨਾ ਬਾਈਪੋਲਰ, ਨਾ ਸਾਈਕੋਸਿਸ। ਸਭ ਤੋਂ ਵੱਡੀ ਬਿਮਾਰੀ ਹੈ ਸ਼ਰਮ ਤੇ ਸੰਗ ਦੀ, ਕਿਉਂਕਿ ਪੇਸ਼ੈਂਟ ਨੂੰ ਜਦੋਂ ਇਹ ਰੈਸਟਲੈਸ ਦੀ ਫੀਲਿੰਗ ਆਉਂਦੀ ਹੈ ਜਾਂ ਉਹ ਖੁਸ਼ ਨਹੀਂ ਹੈ ਜਾਂ ਲੰਬੇ ਟਾਈਮ ਤੱਕ ਉਹਦਾ ਸਟ੍ਰੈਸ ਚੱਲ ਰਿਹਾ, ਆਪਣੇ ਇੱਥੇ ਟ੍ਰੈਂਡ ਹੈ ਨਹੀਂ ਕਿ ਆਪਾਂ ਉਹਨੂੰ ਸੀਰੀਅਸਲੀ ਲਈਏ। ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਜਸਟ ਇਨ ਯੋਰ ਮਾਈਂਡ, ਆਪਣੇ ਆਪ ਹੈਂਡਲ ਹੋ ਜਾਏਗਾ, ਗਿਵ ਇਟ ਸਮ ਟਾਈਮ, ਹੈ ਥੋੜ੍ਹੇ ਆਪਣੇ ਆਪ ਹੀ ਸੌਰਟ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ, ਇਹਦੇ ਲਈ ਡਾਕਟਰ ਕੋਲ ਕਿਉਂ ਜਾਣਾ, ਆਪਾਂ ਇੱਦਾਂ ਦੀਆਂ ਚੀਜ਼ਾਂ ਬੋਲਦੇ ਹਾਂ। ਜਾਂ ਇਹ ਸੋਚਦੇ ਹਾਂ ਕਿ ਡਾਕਟਰ ਕੋਲ ਜਾਵਾਂਗੇ ਤਾਂ ਲੋਕੀ ਕੀ ਕਹਿਣਗੇ ਵੀ ਇਹ ਸਾਈਕੈਟਰਿਸਟ ਕੋਲ ਜਾ ਰਿਹਾ ਸੀਗਾ, ਜਦਕਿ ਇਹਦੇ ਰੈਗੂਲਰ ਚੈੱਕਅਪ ਹੋਣੇ ਚਾਹੀਦੇ। ਐਗਜ਼ੈਕਟਲੀ। ਵਾਈ ਡੂ ਵੀ ਡੂ ਦੈਟ? ਕੋਈ ਵੀ ਇੰਪੋਰਟੈਂਟ ਜੌਬ ਵਗੈਰਾ ਹੋਏ, ਆਪਾਂ ਸਾਈਕੈਟਰਿਕ ਕਲੀਅਰੈਂਸ ਲੈਂਦੇ ਹਾਂ, ਉਦੋਂ ਆਪਾਂ ਕਿਉਂ ਸਾਈਕੈਟਰਿਕ ਕਲੀਅਰੈਂਸ ਲੈਂਦੇ ਹਾਂ ਇਫ ਵੀ ਆਰ ਨਾਟ ਗਿਵਿੰਗ ਇੰਪੋਰਟੈਂਸ ਟੂ ਮੈਂਟਲ ਹੈਲਥ ਅਦਰਵਾਈਜ਼, ਹੈ ਨਾ। ਅਤੇ ਮੈਂਟਲ ਹੈਲਥ ਵੱਲ ਧਿਆਨ ਦੇਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਉਹ ਚੀਜ਼ ਆਏਗੀ ਜਦੋਂ ਸਟਿਗਮਾ ਖਤਮ ਹੋਏਗਾ। ਸਟਿਗਮਾ ਖਤਮ ਹੋਏਗਾ ਜਦੋਂ ਸਟੀਰੀਓਟਾਈਪਸ ਜਿਹੜੇ ਆਪਾਂ ਮੀਡੀਆ 'ਚ ਪ੍ਰੋਜੈਕਟ ਕਰਦੇ ਹਾਂ ਉਹ ਖਤਮ ਹੋਣਗੇ। ਸੈਕਿੰਡ ਥਿੰਗ ਇਜ਼ ਕਿ ਸੋਸ਼ਲ ਸਪੋਰਟ ਟਰਮ ਜਿਹੜੀ ਮੈਂ ਯੂਜ਼ ਕੀਤੀ ਸੀ, ਸੋਸ਼ਲ ਸਪੋਰਟ ਟਰਮ ਦਾ ਮਤਲਬ ਹੈ ਕਿ ਫਰੈਂਡਸ ਹੋਣ, ਫੈਮਿਲੀ ਮੈਂਬਰਸ ਹੋਣ ਜਿਹੜੇ ਸਮਝਣ ਤੁਹਾਨੂੰ, ਅਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਕਾਫੀ ਟਾਈਮ ਤੋਂ ਮੈਂ ਖੁਸ਼ ਨਹੀਂ ਆ ਜਾਂ ਫਿਰ ਮੇਰਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹੈ, ਤਾਂ ਉਹ ਤੁਹਾਨੂੰ ਅਪਰੋਪਰੀਏਟ ਹੈਲਪ ਦਿਵਾਉਣ। ਇਹ ਨਹੀਂ ਕਿ ਤੂੰ ਕੁਛ ਨਹੀਂ ਹੁੰਦਾ, ਐਲਕੋਹਲ ਲੈ ਲਓ, ਠੀਕ ਹੈ, ਛੁੱਟੀਆਂ 'ਤੇ ਚਲੇ ਜਾਓ, ਆਪਣੇ ਆਪ ਠੀਕ ਹੋ ਜਾਏਗਾ। ਇਹ ਟੈਂਪਰਰੀ ਚੀਜ਼ਾਂ ਹੁੰਦੀਆਂ। ਜੇ ਤੁਹਾਡੇ ਲਈ ਕੰਮ ਕਰ ਰਹੀਆਂ ਇਟਸ ਵੈਲ ਐਂਡ ਗੁੱਡ, ਬਟ ਜੇ ਤੁਹਾਡੇ ਲਈ ਕੰਮ ਨਹੀਂ ਕਰ ਰਹੀਆਂ ਦੈਨ ਪ੍ਰੋਫੈਸ਼ਨਲ ਹੈਲਪ ਬਹੁਤ ਜ਼ਰੂਰੀ ਹੋ ਜਾਂਦੀ ਹੈ। ਸੋ ਉਸ ਚੀਜ਼ ਨੂੰ ਮੋਟੀਵੇਟ ਕਰਨਾ ਹੀ ਸੋਲਿਊਸ਼ਨ ਹੈ ਇਸ ਚੀਜ਼ ਦਾ। ਜਿਹੜੇ ਨੈਗੇਟਿਵ ਥੋਟਸ ਤੁਸੀਂ ਕਹਿ ਰਹੇ ਹੋ, ਇਹਨੂੰ ਆਪਾਂ ਇਸੇ ਤਰ੍ਹਾਂ ਐਡਰੈਸ ਕਰ ਸਕਦੇ ਹਾਂ ਕਿ ਇੱਕ ਤਾਂ ਹਰ ਚੀਜ਼ ਬੈਲੈਂਸ ਹੋਣੀ ਚਾਹੀਦੀ ਹੈ ਲਾਈਫ 'ਚ, ਵਰਕ ਲਾਈਫ ਬੈਲੈਂਸ ਜਿਹਨੂੰ ਕਹਿ ਦਿੰਦੇ ਹਾਂ। ਦੂਸਰੀ ਚੀਜ਼ ਸੋਸ਼ਲ ਸਪੋਰਟ ਸਿਸਟਮ ਹੋਣਾ ਚਾਹੀਦਾ। ਤੀਸਰੀ ਚੀਜ਼ ਇੱਕ ਸਟਿਗਮਾ ਖਤਮ ਹੋਣਾ ਚਾਹੀਦਾ ਸੋਸਾਇਟੀ 'ਚ ਕਿ ਸਾਈਕੈਟਰਿਸਟ ਕੋਲ ਜਾਣਾ ਜਾਂ ਸਿੰਪਲ ਕਾਉਂਸਲਿੰਗ ਜਾਂ ਥੈਰੇਪੀ ਕਰਵਾਉਣਾ ਜਾਂ ਫਿਰ ਮੈਡੀਸਿਨ ਦਾ ਟਰੀਟਮੈਂਟ ਲੈਣਾ, ਠੀਕ ਹੈ, ਉਸ 'ਚ ਕੁਛ ਸ਼ਰਮ ਵਾਲੀ ਗੱਲ ਨਹੀਂ ਹੈ। ਇਟਸ ਜਸਟ ਲਾਈਕ ਐਨੀ ਅਦਰ ਡਿਸਆਰਡਰ। ਇਹਦੇ ਵੀ ਪਿੱਛੇ ਬਾਇਓਲੋਜੀਕਲ ਰੀਜ਼ਨਸ ਹੀ ਹੁੰਦੇ ਆ। ਬਹੁਤ ਬਹੁਤ ਧੰਨਵਾਦ ਮੈਮ। ਤਾਂ ਜਿਹੜੀ ਵੀ ਆਡੀਅנס ਸਾਡੀ ਦੇਖ ਰਹੀ ਹੈ, ਜ਼ਰੂਰ ਜੇਕਰ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ, ਕੋਈ ਇਸ਼ੂ ਆਉਂਦਾ, ਤਾਂ ਤੁਸੀਂ ਜ਼ਰੂਰ ਪ੍ਰੋਫੈਸ਼ਨਲਸ ਦੀ ਰਾਏ ਜ਼ਰੂਰ ਲਓ। ਕਿਉਂਕਿ ਇੱਕ ਵਾਰੀ ਕਹਿ ਲਓ ਵੀ ਜਿਵੇਂ ਮੈਮ ਨੇ ਦੱਸਿਆ, ਐਲਕੋਹਲ ਲੈ ਲੈਣੀ ਜਾਂ ਫਿਰ ਟ੍ਰਿਪ 'ਤੇ ਚੱਲ ਜਾਣਾ, 4-5 ਦਿਨ ਦੀ ਖੁਸ਼ੀ ਤੁਹਾਨੂੰ ਤੁਹਾਡਾ ਲਾਈਫ ਟਾਈਮ ਲਈ ਤੁਹਾਡਾ ਜਿਹੜਾ ਪ੍ਰੋਬਲਮ ਦੀ ਸੋਲਿਊਸ਼ਨ ਨਹੀਂ ਦੇ ਸਕਦੀ। ਜੇ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਇੱਕ ਪ੍ਰੋਫੈਸ਼ਨਲ ਦੀ ਹੈਲਪ ਦੀ ਜ਼ਰੂਰਤ ਬਿਲਕੁਲ ਪੈਣ ਵਾਲੀ ਹੈ। ਤਾਂ ਇੱਦਾਂ ਦੀ ਹੋਰ ਡਿਸਕਸ਼ਨਸ ਲਈ ਤੁਸੀਂ ਦੇਖਦੇ ਹੋ ਲੁਧਿਆਣਾ ਟਾਈਮਸ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।